ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੋਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕੱਲ ਕਮੇਟੀ ਦੇ ਅੱਗੇ ਪੇਸ਼ ਹੋਏ। ਕੀ ਕੁਝ ਕਹਿ ਕੇ ਆਏ ਕੈਪਟਨ ਅਮਰਿੰਦਰ ਸਿੰਘ? ਕੁਝ ਗੱਲਾਂ ਸੀ ਕੱਲ ਸ਼ਾਮ ਦੇ ਪ੍ਰੋਗਰਾਮ ਤੇ ਕੱਲ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਵੀ ਦੱਸੀਆਂ ਸੀ, ਪਰ ਕੁਝ ਗੱਲਾਂ ਜਿਹੜੀਆਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਅੰਦਰ ਕੀ ਕਹਿ ਕੇ ਆਏ ਨੇ, ਕੀ ਕੁਝ ਦਸਤਾਵੇਜ਼ ਅੰਦਰ ਜਿਹੜੇ ਦੇ ਕੇ ਆਏ ਨੇ, ਉਹ ਤੁਹਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਦੱਸਾਂਗੇ। ਤਾਂ ਉਸ ਤੋਂ ਬਾਅਦ ਇਹ ਵੀ ਗੱਲ ਦੱਸਾਂਗੇ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸੁਰ ਜਿਹੜੇ ਆ ਉਹ ਨਰਮ ਪੈ ਗਏ ਜਾਪਦੇ ਆ। ਕਿਉਂ ਨਰਮ ਪੈ ਗਏ ਜਾਪਦੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਸੁਰ, ਉਹ ਵੀ ਤੁਹਾਨੂੰ ਦੱਸਾਂਗੇ। ਕਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੁਣ ਠੰਡੇ ਦਿਖਾਈ ਦੇ ਰਹੇ ਨੇ, ਉਹ ਵੀ ਤੁਹਾਨੂੰ ਦੱਸਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਜਿਹੜਾ ਫੇਰ ਬਦਲ ਹੋਣਾ ਤੈਅ ਮੰਨਿਆ ਜਾ ਰਿਹਾ। ਕਿਉਂ ਤੈਅ ਮੰਨਿਆ ਜਾ ਰਿਹਾ? ਕਿਹੜੇ ਮੰਤਰੀ ਨੂੰ ਕਿਹੜਾ ਵਿਭਾਗ ਦਿੱਤਾ ਜਾ ਸਕਦਾ ਹੈ, ਜਾਂ ਕੁਝ ਨਵੇਂ ਮੰਤਰੀ ਵੀ ਬਣਾਏ ਜਾ ਸਕਦੇ ਨੇ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਤਾਂ ਉੱਥੇ ਨਵਜੋਤ ਸਿੰਘ ਸਿੱਧੂ ਤੇ ਵੀ ਗੱਲਬਾਤ ਕਰਾਂਗੇ ਕਿ ਮੀਟਿੰਗ ਦੇ ਅੰਦਰ ਕੁਝ ਵਿਧਾਇਕਾਂ ਦੇ ਵੱਲੋਂ, ਜਿਹੜੇ ਕਾਫੀ ਗਿਣਤੀ ਦੇ ਵਿੱਚ ਵਿਧਾਇਕਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਿਹੜੇ ਅਹੁਦੇ ਦੀ ਮੰਗ ਕੀਤੀ ਗਈ ਹੈ। ਇਸ ਪੂਰੇ ਮਾਮਲੇ ਤੇ ਇਹਨਾਂ ਪੂਰੀਆਂ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕਰਾਂਗੇ। ਤੇ ਗੱਲਬਾਤ ਲਈ ਮੇਰੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਸ਼ੁਰੂਆਤ ਜਿਹੜੀ ਆਪਾਂ ਕੈਪਟਨ ਅਮਰਿੰਦਰ ਸਿੰਘ ਤੋਂ ਹੀ ਕਰਦੇ ਹਾਂ। ਵੈਸੇ ਤਾਂ ਹੀ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਕਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਰਕੇ ਆਏ। ਰਿਪੋਰਟ ਦੇ ਬਾਰੇ ਵੀ ਜਿਹੜਾ ਅਸੀਂ ਦੱਸਿਆ ਕਿ 50% ਤੋਂ ਜ਼ਿਆਦਾ ਵਿਧਾਇਕ ਜਿਹੜੇ ਉਹ ਨੇ, 50 ਤੋਂ 60% ਦੇ ਵਿਧਾਇਕ ਉਹ ਨੇ ਜਿਹੜੇ ਮੰਨਦੇ ਨੇ ਕਿ ਅਫਸਰਸ਼ਾਹੀ ਜਿਹੜੀ ਪੰਜਾਬ ਦੇ ਵਿੱਚ ਹਾਵੀ ਹੈ, ਤੇ 25 ਤੋਂ 30 ਵਿਧਾਇਕ ਉਹ ਨੇ ਜਿਹੜੇ ਮੰਨਦੇ ਨੇ ਕਿ ਬੇਅਦਬੀ ਕਰਕੇ ਸਰਕਾਰ ਨੂੰ ਨੁਕਸਾਨ ਹੋਏਗਾ, 22 ਦੇ ਵਿੱਚ ਵੀ ਨੁਕਸਾਨ ਹੋਏਗਾ। ਕੁਝ ਵਿਧਾਇਕ ਉਹ ਨੇ ਜਿਹੜੇ ਤੀਜੇ ਨੰਬਰ ਪੁਆਇੰਟ ਇਹ ਹੈ ਕਿ ਪਾਵਰ ਗ੍ਰਿਡ ਦੇ ਵਿੱਚ ਜਿਹੜੇ ਨਵੇਂ ਪ੍ਰਾਈਵੇਟ ਲਗਾਏ ਗਏ ਸੀ, ਉਹਨਾਂ ਦੇ ਜਿਹੜੇ ਇਹਨਾਂ ਦੇ ਵੱਲੋਂ ਕੀਤੇ ਗਏ ਸੀਗੇ ਕੰਟਰੈਕਟ, ਉਹ ਰੱਦ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ 17 ਦੀਆਂ ਚੋਣਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਭਾਈ ਅਸੀਂ ਆ ਕੇ ਰੱਦ ਕਰਾਂਗੇ। ਉਹ 3 ਵਾਅਦੇ ਪੂਰੇ ਨਹੀਂ ਹੋਏ। ਚੌਥਾ ਵਾਅਦਾ ਇਹ ਸੀ ਕਿ ਵੱਡੇ ਕਹਿੰਦੇ ਮਗਰਮੱਛ ਹਾਲੇ ਤੱਕ ਫੜੇ ਨਹੀਂ ਗਏ, ਛੋਟੇ ਜਿਹੜੇ ਡਰੱਗ ਤਸਕਰ ਉਹ ਤਾਂ ਜ਼ਰੂਰ ਦਬੋਚ ਲਏ ਗਏ ਆ, ਪਰ ਵੱਡੇ ਮਗਰਮੱਛ ਹਾਲੇ ਤੱਕ ਵੀ ਬਾਹਰ ਨੇ। ਇਹ ਜਿਹੜੀ ਰਿਪੋਰਟ ਸੀ, ਇਹ ਰਿਪੋਰਟ ਦੇ ਵਿੱਚ 4 ਪੁਆਇੰਟ ਜਿਹੜੇ ਬਣਾ ਕੇ ਦਿੱਤੇ ਗਏ ਆ ਕਮੇਟੀ ਦੇ ਵੱਲੋਂ ਹਾਈ ਕਮਾਨ ਨੂੰ। ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਲੱਗੇ ਦੋਸ਼ਾਂ ਤੋਂ ਲੈ ਕੇ ਖੁਲਾਸਾ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਦੇ ਉੱਪਰ ਜਿਹੜੇ ਦੋਸ਼ ਲੱਗੇ ਸੀ, ਉਹ ਦੋਸ਼ਾਂ ਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਵੇਂ ਦਿੱਤਾ। ਕੀ ਕੁਝ ਦਸਤਾਵੇਜ਼ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਮੇਟੀ ਦੇ ਕੋਲ ਲੈ ਕੇ ਪੇਸ਼ ਹੋਏ, ਕੀ ਕੁਝ ਗੱਲਾਂ ਬਾਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਹੀਆਂ ਗਈਆਂ। ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਦਰਸ਼ਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਬਣੀ ਹੈ, ਔਰ ਉਦੋਂ ਤੋਂ ਲੈ ਕੇ ਅੱਜ ਤੱਕ ਪਹਿਲੀ ਵਾਰੀ ਹੋਇਆ ਹੈ ਜਦੋਂ ਇੰਨੇ ਟੁਕੜਿਆਂ ਦੇ ਵਿੱਚ ਪੰਜਾਬ ਦੀ ਕਾਂਗਰਸ ਵੰਡੀ ਗਈ ਹੈ। ਔਰ ਇਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਕਾਰਵਾਈ ਪਹਿਲਾਂ ਵੀ, ਮੈਂ ਨਹੀਂ ਕਹਿ ਰਿਹਾ ਕਿ ਪਹਿਲਾਂ ਵੰਡੀ ਨਹੀਂ ਸੀ ਗਈ, ਪਹਿਲਾਂ ਏਦਾਂ ਦੀਆਂ ਸਮੱਸਿਆ ਨਹੀਂ ਸੀ ਆਉਂਦੀਆਂ, ਬਹੁਤ ਵਾਰੀ ਸਮੱਸਿਆਵਾਂ ਆਈਆਂ ਨੇ। ਔਰ 2017 ਦੇ ਵਿੱਚ ਤੁਸੀਂ ਦੇਖੋ, ਜਾਂ ਉਸ ਤੋਂ ਵੀ ਪਹਿਲਾਂ ਜਦੋਂ ਪਿਛਲੇ ਵਾਰੀ ਕੈਪਟਨ ਸਾਹਿਬ ਦੀ ਟਰਮ ਸੀਗੀ 2002 ਔਰ 7 ਵਾਲੀ, ਉਦੋਂ ਵੀ ਬੀਬੀ ਭੱਠਲ ਨੇ ਜਿਹੜਾ ਸੀਗਾ ਔਰ ਕੈਪਟਨ ਦੇ ਖਿਲਾਫ ਜਿਹੜਾ ਸੀਗਾ ਬਹੁਤ ਵੱਡੀ ਬਗਾਵਤ ਕੀਤੀ ਸੀਗੀ। ਪਰ ਇਸ ਕਿਸਮ ਦੀ ਬਗਾਵਤ ਜਿਹਦੇ ਵਿੱਚ ਇੱਕ ਧੜਾ ਨਹੀਂ ਹੈ, ਜਿਹਦੇ ਵਿੱਚ ਬਹੁਤ ਸਾਰੇ ਧੜੇ ਨੇ, ਜਿਹੜੀ ਸਮਝਣ ਦੀ ਲੋੜ ਹੈ ਇਸ ਵੇਲੇ ਕਿ ਇਸ ਵੇਲੇ 2 ਧੜਿਆਂ ਦੇ ਵਿੱਚ ਨਹੀਂ ਹੈ ਬੁਨਿਆਦੀ ਤੌਰ ਤੇ ਲੜਾਈ, ਬਹੁਤ ਸਾਰੇ ਧੜੇ ਇਹਦੇ ਵਿੱਚ ਸ਼ਾਮਲ ਹੋ ਗਏ ਨੇ। ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਧੜਾ ਹੈ, ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਹੈ, ਇਹਦੇ ਵਿੱਚ ਦਲਿਤ ਜਿਹੜੇ ਮਿਨਿਸਟਰ ਸਾਹਿਬਾਨ ਨੇ, ਚੰਨੀ ਹੋਰਾਂ ਦਾ, ਉਹ ਵੱਖਰਾ ਧੜਾ ਹੈ, ਇਹਦੇ ਵਿੱਚ ਜਿਹੜੇ ਡਾਵਾਡੋਲ ਵਾਲੇ ਨੇ ਉਹ ਵੱਖਰੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ 4-5 ਵੱਖਰੇ ਵੱਖਰੇ ਧੜਿਆਂ ਦੇ ਵਿੱਚ ਇਸ ਵੇਲੇ ਕਾਂਗਰਸ ਵੰਡੀ ਨਜ਼ਰ ਆ ਰਹੀ ਹੈ। ਔਰ ਇਹਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਮਜਬੂਰੀ ਦੇ ਵਿੱਚ 3 ਮੈਂਬਰੀ ਕਮੇਟੀ ਜਿਹੜੀ ਹੈਗੀ ਆਪਾਂ ਨੂੰ ਪਤਾ ਹੈ ਬਣਾਉਣੀ ਪਈ। ਔਰ ਕੱਲੀ 3 ਮੈਂਬਰੀ ਕਮੇਟੀ ਨਹੀਂ ਬਣਾਉਣੀ ਪਈ, ਜਿਹੜੀ ਵੱਡੀ ਗੱਲ ਸਮਝਣ ਵਾਲੀ ਹੈ ਸੁਖਵਿੰਦਰ ਜੀ, ਉਹ ਇਹ ਹੈ ਕਿ ਰਾਹੁਲ ਔਰ ਪ੍ਰਿੰਕਾ ਗਾਂਧੀ ਜੀ ਨੇ ਪੈਰਲਲ ਇੱਕ ਆਪਣੀ ਕਮੇਟੀ ਬਣਾ ਕੇ ਵੱਖਰੇ ਤੌਰ ਤੇ ਵਰਚੁਅਲ ਮੀਟਿੰਗਾਂ ਵੀ ਨਾਲ ਕੀਤੀਆਂ ਨੇ। ਸੋ ਉਹਦਾ ਨਤੀਜਾ ਨਿਕਲ ਰਿਹਾ ਕਿ ਜਿਸ ਵੇਲੇ ਜਿਹੜੀ ਉਮੀਦ ਕੀਤੀ ਜਾਂਦੀ ਸੀ ਕਿਸੇ ਵੇਲੇ ਕਿ ਇਹ ਜਿਹੜੀ 3 ਮੈਂਬਰੀ ਕਮੇਟੀ ਹੈ ਸ਼ਾਇਦ ਇਹ ਕੈਪਟਨ ਸਾਹਿਬ ਦੇ ਪੱਖ 'ਚ ਫੈਸਲਾ ਲਏਗੀ। ਔਰ ਤੁਹਾਨੂੰ ਯਾਦ ਹੋਏਗਾ ਕਿ ਇਸ ਕਮੇਟੀ ਦਾ ਬਿਆਨ ਆਇਆ ਸੀਗਾ ਕਿ ਉਹਨਾਂ ਨੇ ਪਹਿਲਾਂ ਹੀ ਇਹ ਇਸ਼ਾਰਾ ਕਰਤਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਹੀ
2022 ਦੇ ਵਿੱਚ ਚਿਹਰਾ ਰਹਿਣਗੇ ਮੁੱਖ ਮੰਤਰੀ ਦਾ ਔਰ ਕੈਪਟਨ ਸਾਰਾ ਕੁਝ ਹੈਗਾ ਕੈਪਟਨ ਨੂੰ ਸੌਂਪਿਆ ਜਾਏਗਾ। ਇਸ ਤਰ੍ਹਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਸੀਗੇ ਔਰ ਉਸ ਤੋਂ ਬਾਅਦ 3-4 ਦਿਨਾਂ ਦੇ ਵਿੱਚ ਇਹ ਫਰਕ ਪੈ ਗਿਆ ਜਦੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਗਰੁੱਪਿਜ਼ਮ ਸਾਹਮਣੇ ਆਇਆ ਤਾਂ ਉਹੀ ਚੀਜ਼ਾਂ ਜਿਹੜੀਆਂ ਨੇ ਇਹਨਾਂ 3-4 ਦਿਨਾਂ ਦੇ ਵਿੱਚ ਬਦਲਦੀਆਂ ਨਜ਼ਰ ਆਈਆਂ। ਤੁਸੀਂ ਰਾਵਤ ਜੀ ਦਾ ਬਿਆਨ ਸੁਣੋ ਕਿ ਅੱਜ ਤੋਂ 4 ਦਿਨ ਪਹਿਲਾਂ ਦਾ ਬਿਆਨ ਔਰ ਅੱਜ ਦਾ ਬਿਆਨ ਸੁਣੋ ਔਰ ਉਹਦੇ ਵਿੱਚ ਜਿਵੇਂ ਉਹ ਗੱਲ ਠੀਕ ਹੈ, ਪਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲੱਗੇ ਆ, ਇਸ ਤੇ ਆਪਾਂ ਬਾਅਦ ਚ ਆਉਂਦੇ ਹਾਂ। ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲੱਗੇ ਆ, ਉਹਨਾਂ ਦੋਸ਼ਾਂ ਦਾ ਸਾਹਮਣਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੋਸ਼ਾਂ ਤੋਂ ਪਾਰ ਪਾਉਂਦੇ, ਉਹਨਾਂ ਦੋਸ਼ਾਂ ਦਾ ਜਵਾਬ ਕਿਸ ਤਰੀਕੇ ਦੇ ਨਾਲ ਦਿੱਤਾ, ਕਿਹੜੇ ਦਸਤਾਵੇਜ਼ ਉੱਤੇ ਲੈ ਕੇ ਗਏ, ਕਿਹੜੇ ਮੁੱਦੇ ਅੰਦਰ ਉੱਭਰੇ ਤੇ ਕਿਹੜੇ ਸਵਾਲ ਪੁੱਛੇ ਗਏ, ਭਾਈ ਤੁਹਾਡੇ ਤੇ ਆਹ ਦੋਸ਼ ਲੱਗਿਆ, ਤੇ ਫਿਰ ਉਹਨਾਂ ਦਾ ਜਵਾਬ ਕੈਪਟਨ ਨੇ ਕਿਸ ਤਰੀਕੇ ਨਾਲ ਦਿੱਤਾ। ਦੇਖੋ ਉਹਨਾਂ ਦੇ ਦੋਸ਼ ਇਹੀ ਲੱਗੇ ਕਿ ਪਹਿਲੀ ਗੱਲ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਰਗਾੜੀ ਕਾਂਡ ਬਾਰੇ ਦੱਸੋ ਕਿ ਕਿਉਂਕਿ ਸਭ ਤੋਂ ਵੱਧ ਜ਼ਿਆਦਾ ਜਿਹੜਾ ਸੀਗਾ ਬਰਗਾੜੀ ਕਾਂਡ ਜਿਹੜੀ ਹੈਗੀ ਹੈ ਉਹਦੀ ਸਿੱਟਾਂ ਬਣੀਆਂ ਔਰ ਬੇਸਿੱਟਾਂ ਰਹੀਆਂ ਕਿ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ। ਉਹਦੇ ਬਾਰੇ ਉਹਨਾਂ ਨੇ ਗੋਲਮੋਲ ਜਿਹੜਾ ਹੈਗਾ ਜਵਾਬ ਦਿੱਤਾ ਹੋਏਗਾ। ਆਪਾਂ ਨੂੰ ਇਹ ਵੀ ਪਤਾ ਹੈ ਕਿ ਕਿਉਂਕਿ ਉਹਨਾਂ ਕੋਲ ਸਪਸ਼ਟ ਜਵਾਬ ਹੈ ਹੀ ਨਹੀਂ ਹੈ ਕਿ ਜਦੋਂ ਅਸੀਂ ਬਰਗਾੜੀ ਕਾਂਡ ਦੀ ਗੱਲ ਕਰਾਂਗੇ ਤਾਂ ਕੈਪਟਨ ਸਾਹਿਬ ਕੋਲੇ ਸਪਸ਼ਟਤਾ ਦੇ ਵਿੱਚ ਕੋਈ ਬਿਆਨ ਨਹੀਂ ਹੈ। ਉਹ ਇਹਦੇ ਤੋਂ ਮੁੱਕਰ ਨਹੀਂ ਸਕਦੇ ਕਿ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਹੌਚ-ਪੌਚ ਕੀਤਾ ਹੈ ਔਰ ਸਿੱਟਾਂ ਨੂੰ ਬੇਸ਼ੱਕ ਜਿਹੜਾ ਹੈਗਾ ਬੇਸਿੱਟਾਂ ਰਹੀਆਂ ਨੇ। ਔਰ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਗਿਆ ਕਿ ਵੱਖ-ਵੱਖ ਜਿਹੜੇ ਮਾਫੀਆ ਚੱਲ ਰਹੇ ਨੇ ਔਰ ਚਾਹੇ ਉਹ ਸ਼ਰਾਬ ਲਿਕਰ ਮਾਫੀਆ ਹੈ, ਚਾਹੇ ਉਹ ਮਾਈਨਿੰਗ ਮਾਫੀਆ ਹੈ, ਚਾਹੇ ਉਹ ਕੇਬਲ ਮਾਫੀਆ ਹੈ, ਉਹਦੇ ਬਾਰੇ ਦੱਸੋ। ਤਾਂ ਉਹਦੇ ਵਿੱਚ ਵੀ ਉਹਨਾਂ ਨੇ ਗੋਲਮੋਲ ਜਵਾਬ ਦਿੱਤਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਉਹਨਾਂ ਨੇ ਬਚਾਉਣ ਦੀ ਬੇਸ਼ੱਕ ਕੋਸ਼ਿਸ਼ ਕੀਤੀ ਹੈ ਕੈਪਟਨ ਸਾਹਿਬ ਨੇ, ਪਰ ਜੋ ਲੋਕਾਂ ਦੀ ਆਵਾਜ਼ ਸੀ, ਜੋ ਵਿਧਾਇਕਾਂ ਦੀ ਆਵਾਜ਼ ਸੀ, ਜੋ ਵੱਖ-ਵੱਖ ਲੀਡਰਾਂ ਦੀ ਆਵਾਜ਼ ਸੀਗੀ, ਉਹ ਇਹੀ ਆਵਾਜ਼ ਸੀ ਕਿ ਲਗਾਤਾਰ 4.5 ਸਾਲਾਂ ਤੋਂ ਕੈਪਟਨ ਸਾਹਿਬ ਆਪਣੀ ਕਾਰਗੁਜ਼ਾਰੀ ਦੇ ਵਿੱਚ ਫੇਲ ਹੁੰਦੇ ਨਜ਼ਰ ਆ ਰਹੇ ਸੀਗੇ। ਸੋ ਇਸ ਕਰਕੇ ਕੈਪਟਨ ਸਾਹਿਬ ਦੇ ਉੱਤੇ ਸਾਰੀਆਂ ਚੀਜ਼ਾਂ ਭਾਰੀ ਪੈ ਰਹੀਆਂ ਸੀਗੀਆਂ। ਇਸ ਲਈ ਜਿਹੜਾ ਤੁਸੀਂ ਇਸ਼ਾਰਾ ਕੀਤਾ ਸੀਗਾ ਕਿ ਕੈਪਟਨ ਦੇ ਸੁਰ ਜਦੋਂ ਉਹ ਚੱਲਣ ਲੱਗੇ ਸੀਗੇ, ਇੱਕ ਵਾਰੀ ਤਾਂ ਉਹਨਾਂ ਨੇ ਆਪਣੇ ਵੱਲੋਂ ਪੱਤਾ ਖੇਡਿਆ ਸੀਗਾ ਕਿ ਮੈਂ ਖਹਿਰਾ ਤੇ ਉਹਦੇ ਸਾਥੀਆਂ ਨੂੰ ਮਿਲਾ ਕੇ ਬਹੁਤ ਵੱਡੀ ਪਤਾ ਨਹੀਂ ਕੀ ਤੋਪ ਚਲਾ ਦੂੰਗਾ ਔਰ ਹਾਈ ਕਮਾਂਡ ਨੂੰ ਮੈਂ ਖੁਸ਼ ਕਰ ਦੂੰਗਾ। ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਉਹਨਾਂ ਦਾ ਪੱਤਾ ਨਹੀਂ ਚੱਲਿਆ, ਉਹ ਫੇਲ ਹੋ ਗਿਆ। ਔਰ ਉਸ ਜਦੋਂ ਸਾਰੀ ਮੀਟਿੰਗ ਤੋਂ ਬਾਅਦ ਉਹਨਾਂ ਦੇ ਜਿਹੜੇ ਸੁਰ ਸੀਗੇ, ਜਿਵੇਂ ਤੁਸੀਂ ਇਸ਼ਾਰਾ ਕਰ ਰਹੇ ਹੋ, ਉਹਨਾਂ ਦੇ ਨਰਮ ਪੈਂਦੇ ਨਜ਼ਰ ਆਏ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਮੈਂ ਚਾਰੇ ਪਾਸੋਂ ਘਿਰਦਾ ਨਜ਼ਰ ਆ ਰਿਹਾ। ਚਾਰੇ ਪਾਸੋਂ ਦਾ ਮਤਲਬ ਹੈ ਕਿ ਇੱਕ ਪਾਸੇ ਉਹ ਵਿਧਾਇਕ ਜਿਹੜੇ ਨੇ ਉਹਨਾਂ ਦੇ ਖਿਲਾਫ ਜਿਹੜੇ ਨੇ ਜਾ ਰਹੇ ਨੇ, ਇੱਕ ਪਾਸੇ ਉਹਨਾਂ ਦੇ ਆਪਣੇ ਮਿਨਿਸਟਰ ਜਿਹੜੇ ਨੇ ਉਹ ਉਹਨਾਂ ਦੇ ਖਿਲਾਫ ਜਾ ਰਹੇ ਨੇ, ਇੱਕ ਪਾਸੇ ਰਾਹੁਲ ਔਰ ਪ੍ਰਿੰਕਾ ਜੀ ਸਾਰੀ ਗੱਲਬਾਤ ਦਾ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਜਿਹੜਾ ਹੈਗਾ ਵਰਚੁਅਲ ਮੀਟਿੰਗਸ ਵੱਖ-ਵੱਖ ਨੇਤਾਵਾਂ ਦੇ ਨਾਲ ਕਰ ਰਹੇ ਨੇ। ਔਰ ਦੂਜੇ ਪਾਸੇ ਜਿਹੜੀ 3 ਮੈਂਬਰੀ ਕਮੇਟੀ ਹੈ ਉਹ ਵੀ ਜਿਹੜੀ 4 ਦਿਨ ਪਹਿਲਾਂ ਉਹਨਾਂ ਦੇ ਨਾਲ ਲੱਗਦੀ ਦਿਖਾਈ ਦਿੰਦੀ ਸੀਗੀ, ਉਹ ਵੀ ਕਿਤੇ ਨਾ ਕਿਤੇ ਪਾਸਾ ਵਟਦੀ ਨਜ਼ਰ ਆ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਚਾਰੇ ਪਾਸਿਆਂ ਤੋਂ ਕੈਪਟਨ ਸਾਹਿਬ ਇਸ ਮੀਟਿੰਗ ਦੇ ਵਿੱਚ 3 ਘੰਟੇ ਜਿਹੜੀ ਚੱਲੀ ਹੈ ਉਹਦੇ ਵਿੱਚ ਘਿਰਦੇ ਨਜ਼ਰ ਆਏ ਨੇ ਔਰ ਉਹਨਾਂ ਦੇ ਸੁਰ ਨਰਮ ਪੈ ਗਏ ਨੇ। ਔਰ ਹੁਣ ਮੈਨੂੰ ਇਹ ਲੱਗਦਾ ਹੈ ਕਿ ਜੋ ਕਮੇਟੀ ਕਹੇਗੀ, ਜੋ ਰਾਹੁਲ ਜੀ ਕਹਿਣਗੇ, ਜੋ ਪ੍ਰਿੰਕਾ ਜੀ ਕਹਿਣਗੇ, ਉਹ ਇਹਨਾਂ ਨੂੰ ਮੰਨਣਾ ਪਏਗਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਵੱਡੀਆਂ ਤਬਦੀਲੀਆਂ ਕਾਂਗਰਸ ਪਾਰਟੀ ਦੇ ਵਿੱਚ ਜਾਂ ਕਾਂਗਰਸ ਸੱਤਾ ਦੇ ਵਿੱਚ ਜਿਹੜੀਆਂ ਨੇ ਆਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੁਖਿੰਦਰ ਜੀ, ਯਾਨੀ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲੱਗੇ, ਬੇਅਦਬੀ ਦੇ ਮਾਮਲੇ ਦੇ ਦੋਸ਼ ਲੱਗੇ, ਤਾਂ ਉਹਨਾਂ ਨੇ ਇਹ ਵੀ ਗੱਲਾਂ ਕਹੀਆਂ ਹੋਣਗੀਆਂ ਕਿ ਭਾਈ ਮੈਂ ਤਾਂ ਪਰਸੋਂ ਚੌਥੇ ਮੇਰੀ SIT ਨੇ ਉਹ ਬੰਦੇ ਫੜ ਲਏ ਪੁੱਛਦੇ, ਪਰ ਉਹਦੇ ਵਿੱਚ ਸੱਚਾਈ ਤਾਂ ਇਹ ਹੈ ਕਿ ਉਹ ਤਾਂ ਕਰਨ ਵਾਲੇ ਸੀ, ਉਹਨਾਂ ਤੋਂ ਕਰਵਾਉਣ ਵਾਲੇ ਕੋਈ ਹਲੇ ਤੱਕ ਵੀ ਫੜੇ ਨਹੀਂ ਗਏ। ਜੀ ਇਹੀ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਭਾਈ ਤੁਸੀਂ ਦੱਸੋ ਨਤੀਜੇ ਕੀ ਕੱਢੇ, ਗੱਲ ਹੈ ਵੀ ਸਿੱਟਾਂ ਤਾਂ ਬਣਾਤੀਆਂ ਤੁਸੀਂ, ਸਿੱਟਾਂ ਦੇ ਤੁਸੀਂ ਇਹ ਵੀ ਦੱਸਤਾ ਕਿ ਉਹਨਾਂ ਨੇ ਇਹ ਬੰਦੇ ਫੜ ਲਏ, ਤਾਂ ਉਹਨਾਂ ਨੇ ਸਾਰਿਆਂ ਨੇ ਇਹੀ ਪੁੱਛਿਆ ਕਿ ਵੱਡੇ ਮਗਰਮੱਛ ਕਿੱਥੇ ਨੇ ਇਸ ਵੇਲੇ, ਚਾਹੇ ਉਹ ਨਸ਼ਿਆਂ ਦੇ ਨਾਲ ਸੰਬੰਧਿਤ ਹੋਣ, ਚਾਹੇ ਉਹ ਵੱਖ-ਵੱਖ ਬਰਗਾੜੀ ਕਾਂਡ ਜਾਂ ਕੋਟਕਪੂਰਾ ਗੋਲੀ ਕਾਂਡ ਜਾਂ ਇਦਾਂ ਦੇ ਨਾਲ ਜਿਹੜੇ ਨੇ ਸੰਬੰਧਿਤ ਹੋਣ, ਚਾਹੇ ਮਾਫੀਏ ਜਿਹੜੇ ਵੱਖ-ਵੱਖ ਚੱਲ ਰਹੇ ਨੇ ਉਹਨਾਂ ਨਾਲ ਸੰਬੰਧਿਤ ਹੋਣ। ਤਾਂ ਉਹਨਾਂ ਨੂੰ ਪੁੱਛਿਆ ਹੀ ਗਿਆ ਕਿ ਕਿਹੜੇ-ਕਿਹੜੇ ਵੱਡੇ ਮਗਰਮੱਛ ਤੁਸੀਂ ਅੰਦਰ ਦੇਤੇ। ਸੋ ਕਹਿਣ ਦਾ ਮਤਲਬ ਹੈ ਕਿ ਕਿਉਂਕਿ ਉਹਨਾਂ ਕੋਲੇ ਜਵਾਬ ਕੋਈ ਨਹੀਂ ਹੈ। ਆਪਾਂ ਨੂੰ ਵੀ ਪਤਾ ਹੈ ਕਿ ਕੈਪਟਨ ਸਾਹਿਬ ਨੇ ਸਾਰੀ ਜਿਹੜੀ ਇੱਕ ਵੱਡੀ ਗੱਲ ਜਿਹੜੀ ਹੋਰ ਇੱਥੇ ਸਮਝਣ ਵਾਲੀ ਹੈ ਕਿ 4.5 ਸਾਲ ਤੋਂ ਲੈ ਕੇ ਅੱਜ ਤੱਕ ਜਿਹੜੇ ਨੇ ਕੈਪਟਨ ਸਾਹਿਬ ਜਦੋਂ ਉਹ ਗਰਾਊਂਡ ਰਿਐਲਿਟੀ ਨਹੀਂ ਚੈੱਕ ਕਰਦੇ, ਜਦੋਂ ਗਰਾਊਂਡ ਜ਼ੀਰੋ ਤੇ ਨਹੀਂ ਜਾ ਰਹੇ, ਆਪਣੇ ਪੰਜਾਬ ਦੇ ਵਿੱਚ ਨਹੀਂ ਵੜ ਰਹੇ, ਤਾਂ ਲਾਜ਼ਮੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਇਹ ਵੀ ਪੰਜਾਬ ਦੀ ਕਾਂਗਰਸ ਦੇ ਵਿੱਚ ਇੱਕ ਸਭ ਤੋਂ ਮਾੜਾ ਦੌਰ ਇਸ ਲਈ ਹੈ ਕਿ ਤੁਹਾਡਾ ਆਪਣਾ ਮੁੱਖ ਮੰਤਰੀ ਪੰਜਾਬ ਦਾ ਹੋਵੇ ਔਰ ਪੰਜਾਬ ਦੇ ਵਿੱਚ ਵੜਿਆ ਨਾ ਹੋਵੇ 4.5 ਸਾਲ। ਸੋ ਇਸ ਕਰਕੇ ਇੱਕ ਵੱਡੀਆਂ ਜਿਹੜੀਆਂ ਨੇ ਬਹੁਤ ਵੱਡੇ ਸਵਾਲ ਇਸ ਵੇਲੇ ਪੰਜਾਬ ਦੇ ਕਾਂਗਰਸ ਦੇ ਜਿਹੜੇ ਨੇ ਮੁੱਖ ਮੰਤਰੀ ਇਸ ਵੇਲੇ ਨੇ ਉਹਨਾਂ ਦੇ ਉੱਤੇ ਜਿਹੜੇ ਨੇ ਬੁਛਾੜ ਕੀਤੀ ਗਈ ਹੈ ਸਵਾਲਾਂ ਦੀ।
ਔਰ ਉਹਨਾਂ ਕੋਲੇ ਜਵਾਬ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਜਵਾਬ ਦੇ ਪਾਏ ਹੋਣਗੇ। ਔਰ ਉਹਦਾ ਨਤੀਜਾ ਇਹ ਹੈ ਕਿ ਉਹਨਾਂ ਨੇ ਉਹ ਆਪਣੇ ਹਥਿਆਰ ਸੁੱਟਦੇ ਨਜ਼ਰ ਆ ਰਹੇ ਨੇ। ਜਦੋਂ ਉਹਨਾਂ ਦਾ ਬਿਆਨ ਅਸੀਂ ਪੜ੍ਹਦੇ ਹਾਂ ਅੱਜ ਵਾਲਾ ਅਖਬਾਰਾਂ ਦੇ ਵਿੱਚ ਜਿਹੜਾ ਛਪਿਆ ਹੈ, ਉੱਥੋਂ ਹੀ ਲੱਗ ਰਿਹਾ ਹੈ ਕਿ ਉਹਨਾਂ ਨੇ ਆਪਣੇ ਹਥਿਆਰ ਸੁੱਟਤੇ ਔਰ ਆਪਣੀ ਹਾਰ ਜਿਹੜੀ ਹੈ ਉਹ ਮੰਨ ਲਈ ਹੈ। ਔਰ ਇੱਥੋਂ ਹੀ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਆਨ ਆਇਆ ਹਰੀਸ਼ ਰਾਵਤ ਕਹਿੰਦੇ ਕਿ ਅਸੀਂ ਉਮੀਦ ਕਰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਸਭ ਨੂੰ ਨਾਲ ਲੈ ਕੇ ਚੱਲਣ, ਸਭ ਦੇ ਨਾਲ ਰਲ ਮਿਲ ਕੇ ਚੱਲਣ ਦਾ ਕੋਈ ਸਾਨੂੰ ਤਰੀਕਾ ਦੱਸਣਗੇ। ਪਰ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਇਹ ਉਡੀਕ ਕਰਦੇ ਰਹੇ ਸਾਡੇ ਤੋਂ, ਕਮੇਟੀ ਤੋਂ ਕਹਿੰਦੇ ਉਡੀਕ ਕਰਦੇ ਰਹੇ ਕਿ ਮੈਨੂੰ ਕਮੇਟੀ ਦੱਸੇ ਕਿ ਕਿਵੇਂ ਸਾਰਿਆਂ ਨਾਲ ਰਲ ਮਿਲ ਕੇ ਚੱਲਣਾ, ਰਸਤਾ ਦਿਖਾਵੇ ਜਾਂ ਰਸਤਾ ਸਾਨੂੰ ਬਣਾ ਦੇਵੇ। ਯਾਨੀ ਇਸ ਤੋਂ ਸਾਫ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਝੁਕਦੇ ਦਿਖਾਈ ਦੇ ਰਹੇ ਆ। ਜਿਹੜੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਲਈ ਪੰਜਾਬ ਕਾਂਗਰਸ ਦੇ ਦਰਵਾਜ਼ੇ ਬੰਦ ਹੈ, ਹੁਣ ਉਹੀ ਕੈਪਟਨ ਉਹੀ ਗੱਲ ਕਹਿਣ ਤੇ ਮਜਬੂਰ ਹੋ ਕੇ ਕਿ ਭਾਈ ਮੈਨੂੰ ਰਸਤਾ ਬਣਾ ਕੇ ਦਿਓ ਕਿ ਕਿਵੇਂ ਸਾਰਿਆਂ ਦੇ ਨਾਲ ਰਲ ਮਿਲ ਕੇ ਚੱਲਿਆ ਜਾਊਗਾ। ਬਿਲਕੁਲ ਇਹੀ ਗੱਲ ਸਮਝਣ ਵਾਲੀ ਹੈ ਕਿ ਹੁਣ ਤੁਸੀਂ ਦੇਖੋਗੇ ਇੱਕ ਪਾਸੇ ਉਹ ਕਹਿ ਰਹੇ ਸੀ, ਸਿੱਧੂ ਸਾਹਿਬ ਨੂੰ ਚੈਲੰਜ ਕਰ ਰਹੇ ਸੀ, ਮੇਰੇ ਨਾਲ ਪਟਿਆਲੇ ਤੋਂ ਆ ਕੇ ਲੜੇ, ਮੈਂ ਇਹਨਾਂ ਦੀ ਜ਼ਮਾਨਤ ਜ਼ਬਤ ਕਰ ਦੂੰਗਾ, ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰਗਾ। ਇਹ ਜਿਹੜੀਆਂ ਗਿੱਦੜ ਭਵਕੀਆਂ ਦੇ ਰਹੇ ਸੀ ਉਸ ਵੇਲੇ, ਹੁਣ ਕਿੱਥੇ ਗਈਆਂ ਉਹ? ਸੋ ਇਸ ਕਰਕੇ ਮੈਂ ਇਹ ਕਹਿਣਾ ਕਿ ਉਹਨਾਂ ਕੋਲੇ ਕਿਉਂਕਿ ਲੌਜਿਕ ਨਹੀਂ ਹੈ, ਕੋਈ ਤਰਕ ਨਹੀਂ ਹੈ, ਉਹਨਾਂ ਕੋਲੇ ਦਲੀਲ ਕੋਈ ਨਹੀਂ ਹੈ ਇਸ ਵੇਲੇ। ਇਸ ਕਰਕੇ ਇੱਕ ਪਾਸੇ ਤੁਸੀਂ ਦੇਖੋਗੇ ਕਿ ਉਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਸਾਡੀ ਆਪਣੇ ਵਿਧਾਇਕ ਜਿਹੜੇ ਨੇ, ਆਪਣੇ ਸਾਡੇ ਜਿਹੜੇ ਮੰਤਰੀ ਸਾਹਿਬਾਨ ਨੇ, ਉਹਨਾਂ ਦੀਆਂ ਉਹ ਕਾਲੇ ਚਿੱਠੇ ਜਿਹੜੇ ਨੇ ਲੈ ਕੇ ਜਾ ਰਹੇ, ਚਾਹੇ ਵਿਜੀਲੈਂਸ ਤੋਂ ਤਿਆਰ ਕਰਵਾਈਆਂ, ਚਾਹੇ CID ਰਿਪੋਰਟਸ ਤੋਂ ਉਹਨਾਂ ਨੇ ਤਿਆਰ ਕਰਵਾ ਕੇ ਜਿਹੜੀਆਂ ਨੇ ਫਾਈਲਾਂ ਉੱਥੇ ਚੁੱਕੀ ਫਿਰਦੇ ਨੇ। ਔਰ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤਾ ਉਹਨਾਂ ਦੇ ਉੱਤੇ ਤਵੱਜੋ ਦਿੱਤੀ ਹੋਏਗੀ, ਕਿਉਂਕਿ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਤੁਹਾਡੇ ਆਪਣੇ 4.5 ਸਾਲਾਂ ਦੇ ਵਿੱਚ ਜੇ ਕੋਈ ਗਲਤ ਕੰਮ ਹੁੰਦਾ ਹੈ ਤਾਂ ਕਿਹਦੀ ਜ਼ਿੰਮੇਵਾਰੀ ਹੈ? ਤਾਂ ਕੈਪਟਨ ਦੀ ਜ਼ਿੰਮੇਵਾਰੀ ਹੁੰਦੀ ਹੈ। ਔਰ ਕੈਪਟਨ ਦੀ ਜ਼ਿੰਮੇਵਾਰੀ ਇਹ ਵੀ ਹੁੰਦੀ ਹੈ ਕਿ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਣਾ, ਇਹ ਨਹੀਂ ਹੈ ਕਿ ਇਕੱਲਾ ਹੀ ਖੇਡਦੇ ਰਹਿਣਾ। ਔਰ ਕੈਪਟਨ ਸਾਹਿਬ ਨੇ 4.5 ਸਾਲ ਦੇ ਵਿੱਚ, ਜਦੋਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਧੜੇਬੰਦੀ ਪੈਦਾ ਹੋਈ ਹੈ, ਇਹਦੇ ਵੱਡੇ ਕਾਰਨ ਕੀ ਨੇ? ਵੱਡੇ ਕਾਰਨ ਜਦੋਂ ਅਸੀਂ ਇਹਨਾਂ ਨੂੰ ਲੱਭਦੇ ਹਾਂ ਤਾਂ ਵੱਡਾ ਕਾਰਨ ਹੈ ਕਿ ਉਹਨਾਂ ਦੀ ਪੰਜਾਬ ਦੇ ਪ੍ਰਤੀ ਜੋ ਦਖਲਅੰਦਾਜ਼ੀ ਹੋਣੀ ਚਾਹੀਦੀ ਸੀ, ਜੋ ਫਿਕਰਮੰਦੀ ਹੋਣੀ ਚਾਹੀਦੀ ਸੀ, ਜੋ ਉਹਨਾਂ ਨੇ 17 ਦੇ ਵਿੱਚ ਵਾਅਦੇ ਵੱਡੇ ਕੀਤੇ ਸੀਗੇ, ਉਹ ਫਿਕਰਮੰਦੀ ਉਹਨਾਂ ਦੀ ਨਹੀਂ ਦਿਖਾਈ ਦਿੱਤੀ। ਔਰ ਉਸ ਤੋਂ ਇਲਾਵਾ ਉਹਨਾਂ ਨੇ ਬਾਕੀ ਜਿਹੜੇ ਨੇ ਵਿਧਾਇਕਾਂ ਨੂੰ, ਬਾਕੀ MLA ਸਾਹਿਬਾਨ ਨੂੰ, ਇੱਥੋਂ ਤੱਕ ਕਿ ਮਿਨਿਸਟਰਾਂ ਤੱਕ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਇੱਥੋਂ ਤੱਕ ਕਿ ਮਿਨਿਸਟਰਾਂ ਨੂੰ ਵੀ ਛੱਡੋ, ਆਪਣੇ ਜਿਹੜੇ ਪ੍ਰਧਾਨ ਨੇ, ਉਹਨਾਂ ਦੇ ਖਾਸ ਮੰਨੇ ਜਾਂਦੇ ਨੇ ਜਾਖੜ ਸਾਹਿਬ, ਉਹਨਾਂ ਨੂੰ ਵੀ ਉਹਨਾਂ ਨੇ ਮਿਲਣ ਦਾ ਮੌਕਾ ਨਹੀਂ ਸੀ ਦਿੱਤਾ ਕਿਸੇ ਵੇਲੇ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਪਕੜ ਉਹਨਾਂ ਦੀ ਢਿੱਲੀ ਪੈਂਦੀ ਗਈ, ਔਰ ਪਕੜ ਢਿੱਲੀ ਪੈਣ ਕਰਕੇ ਇਹਦਾ ਨਤੀਜਾ ਇਹ ਨਿਕਲਿਆ ਕਿ ਅੱਜ ਕੈਪਟਨ ਸਾਹਿਬ ਬੈਕਫੁੱਟ ਤੇ ਚਲੇ ਗਏ ਨੇ। ਔਰ ਉਹਨਾਂ ਨੂੰ ਲੱਗਦਾ ਹੈ ਕਿ ਜੋ ਹੁਣ ਤੁਸੀਂ ਕਰਨਾ ਹੈ ਕਮੇਟੀ ਕਰੇਗੀ। ਔਰ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਇਹੀ ਉਹਨਾਂ ਨੂੰ ਸੋਚ ਸੀਗੀ ਸ਼ਾਇਦ ਕਮੇਟੀ ਕਰੇਗੀ। ਕਮੇਟੀ ਕਿਉਂ ਕਰੇਗੀ? ਕਮੇਟੀ ਕੋਈ ਮੁੱਖ ਮੰਤਰੀ ਥੋੜੀ ਰਹੀ ਹੈ। ਕਮੇਟੀ ਦੀ ਕੀ ਜ਼ਿੰਮੇਵਾਰੀ ਬਣਦੀ ਹੈ? ਕਮੇਟੀ ਦੇ ਨਾਲੋਂ ਕੈਪਟਨ ਸਾਹਿਬ ਦੀ ਪਹਿਲਾਂ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਟੀਮ ਨੂੰ ਨਾਲ ਲੈ ਕੇ ਚੱਲਣ। ਜੇ ਉਹ ਖੇਡਣਾ ਚਾਹੁੰਦੇ ਨੇ ਤਾਂ ਬਾਕੀ ਵਿਰੋਧੀ ਧਿਰਾਂ ਨੂੰ ਚਿੱਤ ਕਰਨਾ ਚਾਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਟੀਮ ਵਰਕ ਹੁੰਦਾ ਹੈ, ਕੋਈ ਇਕੱਲਾ ਦਾ ਬੰਦਾ ਕਦੇ ਵੀ ਜਿੱਤ ਨਹੀਂ ਸਕਦਾ। ਸੋ ਇਸ ਕਰਕੇ ਕੈਪਟਨ ਸਾਹਿਬ ਦੀ ਜਿਹੜੀ ਉਹ ਰਜਵਾੜਾਸ਼ਾਹੀ ਜਿਹੜੀ ਸੋਚ ਹੈ, ਉਹਦੇ ਕਰਕੇ ਇਹ ਸਾਰੀਆਂ ਦਿੱਕਤਾਂ ਆਈਆਂ ਨੇ। ਔਰ ਰਜਵਾੜਾਸ਼ਾਹੀ ਸੋਚ ਕਰਕੇ ਉਹਨਾਂ ਨੇ ਜਿਹੜਾ ਹੈਗਾ ਉੱਥੇ ਡੇਰੇ ਲਾ ਕੇ ਰੱਖੇ ਨੇ ਔਰ ਪੰਜਾਬ ਨੂੰ ਲਵਾਰਸ ਛੱਡ ਕੇ ਜਿਹੜਾ ਕਰੋਨਾ ਦੇ ਦੌਰ ਦੇ ਵਿੱਚ, ਸੁਖਵਿੰਦਰ ਜੀ, ਇਹ ਜਿਹੜੀ ਵੱਡੀ ਗੱਲ ਹੈ ਕਿ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਜਿੱਥੇ ਦੁਨੀਆ ਤਰਾਹ ਕਰ ਰਹੀ ਸੀ ਔਰ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਤਾਂ ਹੋ ਰਹੀਆਂ ਸੀਗੀਆਂ, ਔਰ ਲੋਕ ਆਕਸੀਜਨ ਕਰਕੇ, ਲੋਕ ਡਾਕਟਰਾਂ ਕਰਕੇ, ਲੋਕ ਚੰਗੇ ਹਸਪੀਟਲਾਂ ਕਰਕੇ, ਚੰਗੀਆਂ ਦਵਾਈਆਂ ਕਰਕੇ ਮਰ ਰਹੇ ਸੀਗੇ, ਉਹਨਾਂ ਦੀ ਪਰਵਾਹ ਨਾ ਕਰਦੇ ਹੋਏ ਕੈਪਟਨ ਸਾਹਿਬ ਉੱਥੇ ਆਪਣੇ ਆਨੰਦ ਲੈ ਰਹੇ ਸੀਗੇ ਪਹਾੜਾਂ ਦੇ ਵਿੱਚ, ਆਪਣੇ ਫਾਰਮ ਹਾਊਸ ਦੇ ਵਿੱਚ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਸ ਕਿਸਮ ਦੀ ਫਿਕਰਮੰਦੀ, ਜਿਸ ਕਿਸਮ ਦੇ ਲਾਰੇ ਉਹਨਾਂ ਨੇ 17 ਦੇ ਵਿੱਚ ਲਾਏ ਸੀਗੇ, ਵੱਡੇ ਵਾਅਦੇ, ਘਰ ਨੌਕਰੀ, ਕਿਸਾਨਾਂ ਦਾ ਕਰਜ਼ਾ ਮਾਫੀ ਦਾ, ਹੋਰ ਪਤਾ ਨਹੀਂ ਕਿਹੜੇ ਵਾਅਦੇ ਉਹਨਾਂ ਨੇ ਕੀਤੇ ਸੀਗੇ, ਉਹ ਵਾਅਦੇ ਜਦੋਂ ਉਹਨਾਂ ਨੇ ਪੂਰੇ ਨਹੀਂ ਕੀਤੇ ਤਾਂ ਲਾਜ਼ਮੀ ਤੌਰ ਤੇ ਇੱਕ ਜਿਹੜਾ ਭਾਂਬੜ ਕਿਸੇ ਵੇਲੇ ਬਾਹਰ ਆਉਣਾ ਸੀਗਾ, ਉਹ ਹੁਣ ਬਾਹਰ ਆ ਚੁੱਕਿਆ। ਔਰ ਇਹਨੂੰ ਕੰਟਰੋਲ ਜਿਹੜਾ ਹੈਗਾ ਕਿਵੇਂ ਕੀਤਾ ਜਾਏਗਾ, ਇਹ ਜਿਹੜੀ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਕੈਪਟਨ ਸਾਹਿਬ ਬੈਕਫੁੱਟ ਤੇ ਚਲੇ ਗਏ ਨੇ, ਪਿੱਛੇ ਹਟ ਗਏ ਨੇ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਤਾਕਤ ਜਿਹੜੀ ਹੈਗੀ ਆ, ਕਿਸੇ ਵੇਲੇ ਜਿਹੜੀ ਸੀ 17 ਦੇ ਵਿੱਚ ਜੋ ਤਾਕਤ ਸੀ, ਜੋ 19 ਦੇ ਵਿੱਚ ਤਾਕਤ ਸੀ, ਉਹ ਹੁਣ ਉਹ ਤਾਕਤ ਨਹੀਂ ਰਹੀ। ਹੁਣ ਜਿਹੜਾ ਹੈਗਾ ਸਮਾਂ ਤੇਜ਼ੀ ਨਾਲ ਬਦਲ ਰਿਹਾ, ਨਵਿਆਂ ਦੀ ਰੁੱਤ ਆ ਚੁੱਕੀ ਹੈ ਔਰ ਨਵੇਂ ਜਿਹੜੇ ਲੋਕ ਅੱਗੇ ਆਉਣੇ ਚਾਹੀਦੇ ਨੇ ਸੁਖਵਿੰਦਰ ਜੀ, ਕਾਂਗਰਸ ਦੇ ਵਿੱਚ ਵੀ। ਜੀ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ 3 ਮੈਂਬਰੀ ਕਮੇਟੀ ਦੇ 5 ਦਿਨਾਂ ਦੀ ਮਿਹਨਤ, 5 ਦਿਨਾਂ ਤੋਂ ਪੁੱਛਗਿੱਛ, 5 ਦਿਨਾਂ ਤੋਂ ਜਾਂਚ ਪੜਤਾਲ, ਤੇ ਇੱਕ ਪਾਸੇ ਜਦੋਂ ਪੁੱਛਗਿੱਛ ਖਤਮ ਹੁੰਦੀ ਹੈ
ਕੈਪਟਨ ਅਮਰਿੰਦਰ ਸਿੰਘ ਦੀ, ਤਾਂ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੇਰੇ ਵੱਲੋਂ ਮੀਟਿੰਗ ਕੀਤੀ ਜਾਵੇ ਸੋਨੀਆ ਗਾਂਧੀ ਦੇ ਨਾਲ। ਸੋਨੀਆ ਗਾਂਧੀ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਮੀਟਿੰਗ ਕੀਤੀ ਜਾਵੇ, ਤੇ ਦੂਜੇ ਪਾਸੇ ਰਾਹੁਲ ਤੇ ਪ੍ਰਿਯੰਕਾ ਦੂਜੇ ਕਾਂਗਰਸੀ, ਜਿਹੜਾ ਕੈਪਟਨ ਤੋਂ ਬਾਗੀ ਧੜਾ, ਉਸ ਜਿਹੜੇ ਬਾਗੀ ਧੜੇ ਦੇ ਨਾਲ ਹੈ, ਮੀਟਿੰਗਾਂ ਕਰ ਰਹੇ ਨੇ। ਵਰਚੁਅਲ ਮੀਟਿੰਗ ਜਿਹੜੀ ਹੈ ਕਹਿੰਦੇ ਕਿ ਹੋਈਆਂ ਨੇ, ਫੋਨ ਤੇ ਗੱਲਬਾਤ ਖੁਦ ਕਰਕੇ ਫੋਨ ਗੱਲਬਾਤ ਕਰ ਰਹੇ ਨੇ। ਕਿਵੇਂ ਦੇਖਦੇ ਹੋ, ਕੀ ਮਾਇਨੇ ਨਿਕਲਦੇ? ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨੂੰ ਮਿਲਣ ਲਈ ਸਮਾਂ ਮੰਗ ਰਹੇ ਨੇ, ਦੂਜੇ ਪਾਸੇ ਰਾਹੁਲ ਤੇ ਪ੍ਰਿਯੰਕਾ ਜਿਹੜੇ ਆ ਉਹ ਕੈਪਟਨ ਦੇ ਬਾਗੀ ਧੜੇ ਨੂੰ ਸਿੱਧਾ ਫੋਨ ਕਰਕੇ ਗੱਲਬਾਤ ਕਰਦੇ ਨੇ, ਉਹਨਾਂ ਨਾਲ ਵਰਚੁਅਲ ਮੀਟਿੰਗ ਕਰਦੇ ਨੇ। ਕੀ ਮਾਇਨੇ? ਜੀ ਦੇਖੋ ਸੁਖਵਿੰਦਰ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਦੇ ਜੋ ਸੋਨੀਆ ਜੀ ਨਾਲ ਸੰਬੰਧ ਨੇ ਔਰ ਬਹੁਤ ਨਜ਼ਦੀਕੀ ਦੇ ਸੰਬੰਧ ਰਹੇ ਨੇ, ਕਿਉਂਕਿ ਸੋਨੀਆ ਗਾਂਧੀ ਜੀ ਦੇ ਪਤੀ ਜਿਹੜੇ ਨੇ ਉਹਨਾਂ ਦੇ ਬਹੁਤ ਖਾਸ ਮਿੱਤਰ ਰਹੇ ਨੇ, ਇਕੱਠੇ ਜਿਹੜੇ ਨੇ ਪੜ੍ਹੇ ਵੀ ਨੇ। ਸੋ ਇਸ ਕਰਕੇ ਉਹ ਜਿਹੜੇ ਇੱਕ ਪੱਤਾ ਵਰਤ ਰਹੇ ਨੇ ਕਿ ਸ਼ਾਇਦ ਸੋਨੀਆ ਜੀ ਮੇਰੀ ਕੁਰਸੀ ਬਚਾ ਲੈਣਗੇ, ਪਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚੋਂ ਸੋਨੀਆ ਜੀ ਇਸ ਵੇਲੇ ਦਖਲ ਅੰਦਾਜ਼ੀ ਨਹੀਂ ਕਰਨਗੇ। ਸੋਨੀਆ ਜੀ ਦੀ ਦਖਲ ਅੰਦਾਜ਼ੀ ਉਸ ਕਿਸਮ ਦੀ ਨਹੀਂ ਹੋਏਗੀ ਜਿਹੜੀ ਕਿਸੇ ਵੇਲੇ 17 ਦੇ ਵਿੱਚ ਜਾਂ ਕਿਸ ਤੋਂ ਪਹਿਲਾਂ ਜਿਹੜੀ ਇਹ ਦਖਲ ਅੰਦਾਜ਼ੀ ਰਹੀ ਹੈ। ਪਰ ਹੁਣ ਜਿਹੜਾ ਹੈਗਾ ਸਮਾਂ ਬਦਲ ਰਿਹਾ ਹੈ, ਹੁਣ ਕਾਂਗਰਸ ਦੀ ਜਿਹੜੀ ਵਾਗਡੋਰ ਹੈ ਉਹ ਵੀ ਰਾਹੁਲ ਜੀ ਔਰ ਪ੍ਰਿਯੰਕਾ ਜੀ ਦੇ ਹੱਥ ਚਲੀ ਗਈ ਹੈ। ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਾਹੁਲ ਔਰ ਪ੍ਰਿਯੰਕਾ ਜੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਔਰ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਵਿਰੋਧੀ ਜਿਹੜੇ ਵਿਧਾਇਕਾਂ ਦੇ ਨਾਲ। ਸੋ ਉੱਥੋਂ ਇਹ ਨਜ਼ਰ ਆ ਰਿਹਾ ਹੈ ਕਿ ਹੁਣ ਚਾਹੇ ਉਹ ਮੀਟਿੰਗ ਮੰਨ ਲਓ ਕਰ ਵੀ ਲੈਂਦੇ ਨੇ, ਮੰਨ ਲਓ ਉਹ ਕਿਤੇ ਨਾ ਕਿਤੇ ਜਾ ਕੇ ਕੋਸ਼ਿਸ਼ ਕਰਕੇ ਸੋਨੀਆ ਜੀ ਨਾਲ ਉਹਨਾਂ ਦੀ ਮੀਟਿੰਗ ਹੋ ਜਾਂਦੀ ਹੈ, ਪਰ ਉਹਦਾ ਨਤੀਜਾ ਜਿਹੜਾ ਹੈਗਾ ਜਿਵੇਂ ਉਹ ਕੱਢਣਾ ਚਾਹੁੰਦੇ ਨੇ, ਜਿਵੇਂ ਉਹ ਸੋਨੀਆ ਜੀ ਤੋਂ ਕਹਾਉਣਾ ਚਾਹੁੰਦੇ ਨੇ, ਪ੍ਰੈਸ਼ਰ ਬਣਾਉਣਾ ਚਾਹੁੰਦੇ ਨੇ, ਉਹ ਨਹੀਂ ਪਏਗਾ। ਇਸ ਵੇਲੇ ਸੋਨੀਆ ਜੀ ਵੀ ਸਮਝ ਚੁੱਕੇ ਨੇ ਕਿ ਹੁਣ ਇਹਨਾਂ ਨੇ ਜੋ ਕਾਂਗਰਸ ਨੂੰ ਦੇਣਾ ਸੀ ਉਹ ਦੇ ਚੁੱਕੇ ਨੇ। ਹੁਣ ਇਹਨਾਂ ਦਾ ਜਿਹੜਾ ਸਮਾਂ ਹੈਗਾ ਹੁਣ ਜਿਹੜਾ ਹੈਗਾ ਹੁਣ ਖਤਮ ਹੋ ਚੁੱਕਿਆ ਔਰ ਇਸ ਕਰਕੇ ਨਵੇਂ ਬੰਦਿਆਂ ਨੂੰ ਮੈਨੂੰ ਲੱਗਦਾ ਕਿ ਚਾਂਸ ਜ਼ਿਆਦਾ ਮਿਲਣ ਦੀਆਂ ਸੰਭਾਵਨਾਵਾਂ ਨੇ ਔਰ ਰਾਹੁਲ ਔਰ ਪ੍ਰਿਯੰਕਾ ਜੀ ਦੀਆਂ ਜਿਹੜੀਆਂ ਨੇ ਕੋਸ਼ਿਸ਼ਾਂ ਨੇ ਉਹਨਾਂ ਨੂੰ ਬੂਰ ਪੈ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ, ਨਾ ਕਿ ਸੋਨੀਆ ਨੂੰ ਮਿਲ ਸਕਦੇ ਨੇ। ਮੈਂ ਨਹੀਂ ਕਹਿੰਦਾ ਕਿ ਸੋਨੀਆ ਜੀ ਹੋ ਸਕਦਾ ਕਿਉਂਕਿ ਸੰਬੰਧ ਨੇ ਉਹਨਾਂ ਦੇ, ਪਰਿਵਾਰਕ ਸੰਬੰਧ ਨੇ, ਇਸ ਕਰਕੇ ਸਮਾਂ ਦੇ ਸਕਦੇ ਨੇ, ਬਟ ਜੇ ਕਹੀਏ ਕਿ ਇਹਨਾਂ ਦੀ ਕੁਰਸੀ ਬਚਾ ਸਕਦੇ ਨੇ ਉਹ ਸੋਨੀਆ ਜੀ, ਉੱਥੋਂ ਜਿਹੜਾ ਹੈਗਾ ਕਿਤੇ ਨਾ ਕਿਤੇ ਜਾ ਕੇ ਉੱਥੇ ਕੁਐਸਚਨ ਮਾਰਕ ਜ਼ਰੂਰ ਲੱਗਦਾ ਹੈ। ਕਿਉਂਕਿ ਜੇ ਤਾਂ ਰਾਹੁਲ ਜੀ ਪ੍ਰਿਯੰਕਾ ਜੀ ਨਾ ਆਉਂਦੇ ਮੈਦਾਨ 'ਚ ਤਾਂ ਜ਼ਰੂਰ ਉਹਨਾਂ ਦਾ ਪਤਾ ਚੱਲ ਜਾਣਾ ਸੀਗਾ, ਕਿਉਂਕਿ ਹੁਣ ਰਾਹੁਲ ਔਰ ਪ੍ਰਿਯੰਕਾ ਜੀ ਮੈਦਾਨ 'ਚ ਨੇ ਔਰ ਇੱਕ ਲਗਾਤਾਰ ਪੰਜਾਬ ਦੀ ਪੋਲਿਟਿਕਸ ਦੇ ਨਾਲ ਜੁੜੇ ਹੋਏ ਨੇ। ਸੋ ਇਸ ਕਰਕੇ ਸੋਨੀਆ ਜੀ ਕਦੇ ਵੀ ਰਾਹੁਲ ਔਰ ਪ੍ਰਿਯੰਕਾ ਜੀ ਨੂੰ ਦੇ ਵਿਰੋਧ ਦੇ ਵਿੱਚ ਨਹੀਂ ਜਾਣਗੇ, ਉਹਨਾਂ ਦੇ ਉਲਟ ਨਹੀਂ ਜਾਣਗੇ। ਸੋ ਇਸ ਕਰਕੇ ਇੱਕ ਸਾਂਝਾ ਫੈਸਲਾ ਹੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਸਕਦਾ ਹੈ ਸੁਖਵਿੰਦਰ ਜੀ। ਹੁਣ ਖਬਰਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਆ ਜਿਹੜਾ ਸਾਰਾ ਕੁਝ ਐਪੀਸੋਡ ਚੱਲਿਆ, ਜਿਹੜਾ 3 ਮੈਂਬਰੀ ਕਮੇਟੀ ਦੇ ਵੱਲੋਂ ਮੁਲਾਕਾਤਾਂ ਕਰਕੇ ਜਾਂਚ ਪੜਤਾਲ ਕੀਤੀ ਗਈ, ਉਸ ਤੋਂ ਬਾਅਦ ਕਹਿੰਦੇ ਪੰਜਾਬ ਦੀ ਕੈਬਨਿਟ ਦੇ ਵਿੱਚ ਵੱਡੇ ਫੇਰ ਬਦਲ ਦੇ ਵੀ ਆਸਾਰ ਨੇ। ਕੁਝ ਨਵੇਂ ਵਿਧਾਇਕਾਂ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ ਤੇ ਕੁਝ ਬਾਗੀ ਧੜੇ ਦੇ ਨਾਰਾਜ਼ ਮੰਤਰੀਆਂ ਦੇ ਕਹਿੰਦੇ ਵਿਭਾਗ ਵੀ ਬਦਲੇ ਜਾ ਸਕਦੇ, ਉਹਨਾਂ ਨੂੰ ਕੁਝ ਚੰਗੇ ਵੀ ਦਿੱਤੇ ਜਾ ਸਕਦੇ ਆ ਜਿਹੜੇ ਵਿਭਾਗ। ਕਿਵੇਂ ਦੇਖਦੇ ਹੋ ਕਿ ਵਾਕਈ ਹੀ ਫੇਰ ਬਦਲ ਹੋ ਸਕਦਾ ਹੈ? ਦੇਖੋ ਬਿਲਕੁਲ, ਜੋ ਦੇਖੋ ਇਹਦਾ ਮਤਲਬ ਇਹੀ ਸੀ, ਜੋ ਮੰਥਨ ਚੱਲਿਆ 4 ਜਾਂ 5 ਦਿਨ, ਉਹਦਾ ਮਤਲਬ ਇਹੀ ਸੀਗਾ ਕਿ ਜੋ ਕਿਤੇ ਕਮੀਆਂ ਰਹਿ ਗਈਆਂ ਨੇ, ਜੋ ਕਿਤੇ ਨਾ ਕਿਤੇ ਜੋ ਵਿਰੋਧ ਉੱਠ ਰਹੇ ਨੇ, ਉਹਨਾਂ ਨੂੰ ਕਿਵੇਂ ਟੈਕਲ ਕੀਤਾ ਜਾਏ, ਉਹਨਾਂ ਨੂੰ ਕਿਵੇਂ ਸੁਲਝਾਇਆ ਜਾਏ। ਸੋ ਇੱਕ ਤਰੀਕਾ ਇਹੀ ਹੈ, ਮੈਂ ਇਹੀ ਕਹਿ ਰਿਹਾ ਕਿ ਇੱਕ ਤਾਂ ਦੇਖੋ 2 ਤਰੀਕੇ ਨੇ, ਜਾਂ ਤਾਂ ਕੈਪਟਨ ਸਾਹਿਬ ਨੂੰ ਹੁਣੀ ਅੱਜ ਹੀ ਜਿਹੜਾ ਹੈਗਾ ਖੁੱਡੇ ਲਾਈਨ ਲਾ ਕੇ ਬਦਲ ਦਿੱਤਾ ਜਾਏ, ਜਿਹੜੀ ਕਿ ਐਡਾ ਵੱਡਾ ਰਿਸਕ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਨਹੀਂ ਲਾਏਗੀ। ਪਰ ਦੂਜਾ ਤਰੀਕਾ ਇਹ ਹੈ ਕਿ ਸਾਰੀਆਂ ਧਿਰਾਂ ਨੂੰ, ਸਾਰੇ ਧਿਰਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਕੁਰਸੀਆਂ ਦੇ ਕੇ ਉਹਨਾਂ ਨੂੰ ਚੁੱਪ, ਫਿਲਹਾਲ 5-6 ਮਹੀਨੇ ਜਿਹੜੇ ਰਹਿ ਗਏ ਨੇ ਉਹ ਚੁੱਪ ਕਰਾਉਣ ਦੀ ਕੋਸ਼ਿਸ਼ ਜ਼ਰੂਰ ਹੋਏਗੀ। ਪਰ ਇਹਦੇ ਨਾਲ ਜੇ ਆਪਾਂ ਕਹੀਏ ਕਿ ਕਾਂਗਰਸ ਦਾ ਕਾਟੋ ਕਲੇਸ਼ ਖਤਮ ਹੋ ਜਾਏਗਾ, ਇਹ ਨਹੀਂ ਹੋਏਗਾ। ਇਹਦੇ ਨਾਲ ਹੋਰ ਸਗੋਂ ਵਧੇਗਾ। ਜਿਨ੍ਹਾਂ ਨੂੰ ਕੁਰਸੀ ਮਿਲ ਗਈ ਉਹ ਖੁਸ਼ ਹੋ ਜਾਣਗੇ, ਜਿਨ੍ਹਾਂ ਨੂੰ ਨਹੀਂ ਮਿਲੀ ਉਹ ਜ਼ਿਆਦਾ ਨਾਰਾਜ਼ ਹੋਣਗੇ। ਸੋ ਇਸ ਕਰਕੇ ਕਿਉਂਕਿ ਇਸ ਵੇਲੇ ਜਿਹੜਾ ਕੁਨਬਾ ਬਹੁਤ ਵੱਡਾ ਹੈ, ਵੱਡੀ ਗੱਲ ਇਹ ਹੋ ਰਹੀ ਹੈ ਕਿ ਕਿਸੇ ਵੇਲੇ 50-60 ਐਮਐਲਏ ਹੁੰਦੇ ਸੀਗੇ ਕਾਂਗਰਸ ਦੇ ਜੇਤੂ, ਜਾਂ ਜਿਹੜੇ ਹਾਰਨ ਦੇ ਤਾਂ ਬਹੁਤ ਘੱਟ ਹੁੰਦੇ ਸੀਗੇ, ਔਰ ਉਸ ਵੇਲੇ ਬਹੁਤ ਨੇੜਤਾ ਹੁੰਦੀ ਸੀ ਆਪਸ ਦੇ ਵਿੱਚ। ਹੁਣ ਕਿਉਂਕਿ 80 ਤੋਂ ਉੱਪਰ ਵਿਧਾਇਕ ਬਣ ਗਏ ਨੇ, ਐਮਐਲਏ ਜਿੱਤ ਗਏ ਨੇ, ਇਸ ਕਰਕੇ ਜਿਹੜਾ ਹੈਗਾ ਵਿਰੋਧੀ ਜਿਹੜੀਆਂ ਸੁਰਾਂ ਨੇ ਉਨੀਆਂ ਹੀ ਜ਼ਿਆਦਾ ਜਿਹੜੀਆਂ ਨੇ ਪੈਦਾ ਹੋ ਰਹੀਆਂ ਨੇ, ਔਰ ਇਹਦਾ ਨੁਕਸਾਨ, ਜ਼ਿਆਦਾ ਜਿੱਤਣ ਦਾ ਨੁਕਸਾਨ ਵੀ ਜਿਹੜਾ ਹੈਗਾ 22 ਦੇ ਵਿੱਚ ਔਰ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ, ਇਸ ਜਿੱਤ, ਪੁਰਾਣੀ ਜਿੱਤ ਦਾ ਜਿਹੜਾ ਨੁਕਸਾਨ ਅਗਲੀਆਂ ਚੋਣਾਂ ਦੇ ਵਿੱਚ ਹੋਊਗਾ ਸੁਖਵਿੰਦਰ ਜੀ।
ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤਮਾਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਕੁਝ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ, ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।